परम सत्कारयोग ਭਾਰਤ ਦੇ ਬਹੁਤ ਹੀ ਪਿਆਰੇ ਦੇਸ਼ ਵਾਸੀਓ, ਅੱਜ ਆਪ ਜੀ ਦੇ ਨਾਲ ਇੱਕ ਬਹੁਤ ਹੀ ਅਹਿਮ ਵਿਸ਼ੇ 'ਤੇ ਗੱਲਬਾਤ ਕਰਾਂਗਾ, ਜਿਸ ਦਾ ਨਾਮ ਹੈ ਹੁਣ ਦੁਸ਼ਮਣ ਨੇ ਹਮਲਾ ਸਾਡੇ ਸਤਿਗੁਰਾਂ ਦੀ ਰਹਿਬਰਾਂ ਦੀ ਵਿਚਾਰਧਾਰਾ 'ਤੇ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਦੁਸ਼ਮਣ ਨੂੰ ਪਤਾ ਲੱਗ ਗਿਆ ਹੈ ਕਿ ਜਿਹੜੇ ਇਹ ਲੋਕ ਨੇ, ਇਹਨਾਂ ਲੋਕਾਂ ਨੂੰ ਪਾਵਰ, ਸ਼ਕਤੀ ਜਾਂ ਇਹਨਾਂ ਦੇ ਵਿੱਚ ਜੋ ਆਤਮ ਵਿਸ਼ਵਾਸ ਹੈ, ਕੌਨਫੀਡੈਂਸ ਹੈ, ਇਹਨਾਂ ਦੇ ਵਿੱਚ ਉਹ ਪਾਵਰ ਜਿਹੜੀ ਇਹ ਸਾਡੇ ਨਾਲ ਮੱਥਾ ਲਾ ਰਹੇ ਨੇ, ਇਹ ਕਿੱਥੋਂ ਮਿਲਦੀ ਹੈ। ਇਹ ਦੁਸ਼ਮਣ ਨੂੰ ਪਤਾ ਲੱਗ ਗਿਆ ਹੈ ਅਤੇ ਦੁਸ਼ਮਣ ਨੂੰ ਪਤਾ ਲੱਗਣ ਕਰਕੇ ਉਸ ਨੇ ਸਾਡੇ ਸਤਿਗੁਰਾਂ ਦੀ ਰਹਿਬਰਾਂ ਦੀ ਵਿਚਾਰਧਾਰਾ 'ਤੇ ਹਮਲਾ ਸ਼ੁਰੂ ਕੀਤਾ। ਪਰ ਸਾਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਜੋ ਸਾਡੇ ਸਤਿਗੁਰਾਂ ਦਾ ਫਲਸਫਾ ਸੀ, ਸਾਡੇ ਸਤਿਗੁਰਾਂ ਦਾ ਗਿਆਨ ਸੀ, ਸਾਡੇ ਰਹਿਬਰਾਂ ਨੇ ਜੋ ਸਾਨੂੰ ਸੰਘਰਸ਼ ਕਰਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸ਼ੁਰੂ ਕੀਤੀ ਸੀ, ਉਹ ਸਾਨੂੰ ਸਮਝ ਨਹੀਂ ਲੱਗੀ, ਪਰ ਦੁਸ਼ਮਣ ਸਮਝ ਗਿਆ। ਇਸੇ ਕਰਕੇ ਉਸਨੇ ਸਾਡੇ ਸਤਿਗੁਰਾਂ ਦੀ ਰਹਿਬਰਾਂ ਦੀ ਵਿਚਾਰਧਾਰਾ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਂ ਹਰ ਵਕਤ, ਹਰ ਵਾਰ ਇਹੀ ਆਪ ਜੀ ਨੂੰ ਬੇਨਤੀ ਕਰਦਾ ਹੁੰਦਾ ਕਿ ਸਾਡੇ ਘਰਾਂ ਦਾ ਸ਼ਿੰਗਾਰ ਗੁਰਬਾਣੀ ਅਤੇ ਸੰਵਿਧਾਨ ਹੋਵੇ। ਮੈਂ ਕਈ ਵਾਰ ਬੇਨਤੀ ਕੀਤੀ ਹੈ ਕਿ ਜਿੰਨਾ ਤੱਕ ਸਾਡੇ ਘਰਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਹੀਂ ਹੋਏਗੀ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੁਆਰਾ ਲਿਖਿਆ ਗਿਆ ਭਾਰਤੀ ਸੰਵਿਧਾਨ ਨਹੀਂ ਹੋਏਗਾ, ਉਹਨਾਂ ਤੱਕ ਅਸੀਂ ਕਿਸੇ ਦੀ ਗੁਲਾਮੀ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ। ਗੁਲਾਮੀ ਦੇ ਵਿੱਚੋਂ ਕੱਢਣ ਲਈ ਸਾਡੇ ਸਤਿਗੁਰਾਂ ਨੇ ਬਾਣੀ ਦੇ ਲੜ ਲਾਇਆ, ਸ਼ਬਦ ਦੇ ਲੜ ਲਾਇਆ, ਗੁਰੂ ਦੇ ਲੜ ਲਾਇਆ, ਜੋ ਕਿ ਅਸੀਂ ਇਸ ਗਿਆਨ ਦੇ ਲੜ ਲਾ ਕੇ, ਗੁਰੂ ਦੇ ਲੜ ਲਾ ਕੇ ਆਪਣੀ ਬੌਧਿਕ, ਆਪਣੀ ਬੁੱਧੀ ਦਾ ਵਿਕਾਸ ਕਰ ਸਕਦੇ ਹਾਂ। ਔਰ ਬਾਬਾ ਸਾਹਿਬ ਦੇ ਸੰਵਿਧਾਨ ਦੇ ਲੜ ਲੱਗ ਕੇ ਅਸੀਂ ਕਿਸੇ ਵੀ ਉੱਚੀ ਤੋਂ ਉੱਚੀ ਪੋਸਟ 'ਤੇ ਤਾਇਨਾਤ ਹੋ ਸਕਦੇ ਹਾਂ, ਇਸ ਦੇਸ਼ ਦੇ ਸ਼ਾਸਕ ਬਣ ਸਕਦੇ ਹਾਂ, ਰਾਜੇ ਬਣ ਸਕਦੇ ਹਾਂ। ਇਸ ਕਰਕੇ ਮੈਂ ਆਪ ਜੀ ਨੂੰ ਬਾਰ-ਬਾਰ ਬੇਨਤੀ ਕਰਦਾ ਹੁੰਦਾ ਕਿ ਆਓ ਆਪਾਂ ਘਰਾਂ ਦੇ ਵਿੱਚ ਗੁਰਬਾਣੀ ਅਤੇ ਸੰਵਿਧਾਨ ਲੈ ਕੇ ਆਈਏ। ਆਪ ਜੀ ਨੂੰ ਪਤਾ ਕਿ ਜਦੋਂ ਅਸੀਂ ਸਤਿਗੁਰਾਂ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਇਤਿਹਾਸ ਨੂੰ ਪੜ੍ਹਦਿਆਂ ਸਾਡੇ ਸਾਹਮਣੇ ਬਹੁਤ ਵੱਡਾ ਇਤਿਹਾਸ ਸਾਹਮਣੇ ਇਹ ਆਉਂਦਾ ਹੈ ਕਿ ਜਦੋਂ ਵੀ ਦੁਸ਼ਮਣ ਨੇ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ ਤਾਂ ਉਹਨੇ ਸਾਡੇ ਸਰੀਰ 'ਤੇ ਵਾਰ ਕੀਤੇ, ਸਾਡੇ ਸਤਿਗੁਰਾਂ ਦੇ, ਸਾਡੇ ਰਹਿਬਰਾਂ ਦੇ ਉੱਤੇ ਵਾਰ ਕੀਤੇ, ਪਰ ਉਹ ਨਾਕਾਮਯਾਬ ਹੋਇਆ। ਭਾਵੇਂ ਕਿ ਬਹੁਤ ਸਾਰੇ ਮਹਾਂਪੁਰਖਾਂ ਦੇ ਵਿੱਚੋਂ ਕੁਝ ਮਹਾਂਪੁਰਖਾਂ ਨੂੰ ਉਹਨੇ ਸ਼ਹੀਦ ਵੀ ਕੀਤਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਨੇ ਕਤਲ ਵੀ ਕੀਤਾ, ਪਰ ਫਿਰ ਵੀ ਉਹਦਾ ਉਹ ਮਨਸੂਬਾ ਪੂਰਾ ਨਹੀਂ ਹੋਇਆ ਜਿਹੜਾ ਉਹ ਚਾਹੁੰਦਾ ਸੀ ਕਿ ਇੱਥੋਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਏ। ਫਿਰ ਉਸਨੇ ਸਾਡੇ ਸਤਿਗੁਰਾਂ ਵੱਲੋਂ, ਰਹਿਬਰਾਂ ਵੱਲੋਂ ਬਣਾਏ ਹੋਏ ਧਾਰਮਿਕ ਅਦਾਰੇ ਢਾਉਣੇ ਸ਼ੁਰੂ ਕਰ ਦਿੱਤੇ, ਜਿਵੇਂ ਕਿ ਉਸ ਸਮੇਂ ਗੁਰਦੁਆਰਾ ਸਾਹਿਬਾਨ ਜਾਂ ਸਰੋਵਰ ਪੂਰਨੇ ਸ਼ੁਰੂ ਕਰ ਦਿੱਤੇ। ਫਿਰ ਵੀ ਨਹੀਂ, ਉਹ ਕਾਰਵਾਂ, ਉਹ ਸਤਿਗੁਰਾਂ ਦਾ ਸੰਘਰਸ਼ ਜਿਹੜਾ ਚਲਾਇਆ ਗਿਆ ਸੀ, ਨਹੀਂ ਰੁਕਿਆ। ਫਿਰ ਉਸਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣੇ ਸ਼ੁਰੂ ਕਰ ਦਿੱਤੇ, ਸਿੱਖਾਂ ਦੇ ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਧੀਆਂ ਨੂੰ, ਭੈਣਾਂ ਨੂੰ, ਬੱਚਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਪਰ ਫਿਰ ਵੀ ਇਹ ਕੌਮ ਸਤਿਗੁਰਾਂ ਦੀ ਸਾਜੀ ਨਿਵਾਜੀ ਨਹੀਂ ਖਤਮ ਹੋਈ। ਫਿਰ ਉਸ ਨੂੰ ਸਮਝ ਲੱਗੀ ਕਿ ਇਹਨਾਂ ਦੇ ਵਿੱਚ ਇਹ ਜਿਹੜੀ ਪਾਵਰ ਹੈ, ਸ਼ਕਤੀ ਹੈ, ਇਹ ਆਉਂਦੀ ਕਿੱਥੋਂ ਹੈ। ਫਿਰ ਜਦੋਂ ਉਸ ਨੇ, ਦੁਸ਼ਮਣ ਨੇ ਆਪਸ ਦੇ ਵਿੱਚ ਬੈਠ ਕੇ ਮੀਟਿੰਗ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੇ ਵਿੱਚ ਜਿਹੜੀ ਪਾਵਰ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਆਉਂਦੀ ਹੈ। ਫਿਰ ਉਹਨਾਂ ਨੇ ਗੁਰਬਾਣੀ ਦੇ ਉੱਤੇ ਅਟੈਕ ਕਰਨੇ ਸ਼ੁਰੂ ਕੀਤੇ, ਗੁਰਬਾਣੀ ਦੇ ਅਰਥਾਂ ਨੂੰ ਬਦਲਿਆ, ਰੱਬ ਦੀ ਪਰਿਭਾਸ਼ਾ ਬਦਲੀ, ਗੁਰੂ ਦੀ ਪਰਿਭਾਸ਼ਾ ਬਦਲੀ, ਨਰਕ ਸਵਰਗ ਦੀ ਪਰਿਭਾਸ਼ਾ ਬਦਲ ਦਿੱਤੀ। ਉਹਨੇ ਗੁਰਬਾਣੀ ਦੇ ਉਸ ਫਲਸਫੇ ਨੂੰ ਜੋ ਸਾਡੇ ਸਤਿਗੁਰੂ ਸਾਨੂੰ ਸਮਝਾਉਣਾ ਚਾਹੁੰਦੇ ਸੀ, ਉਹਨੇ ਬਦਲ ਦਿੱਤਾ। ਕਹਿਣ ਦਾ ਮਤਲਬ ਉਹਨੇ ਸਤਿਗੁਰਾਂ ਦੀ ਵਿਚਾਰਧਾਰਾ ਦੇ ਉੱਤੇ ਹਮਲਾ ਕਰ ਦਿੱਤਾ, ਅਟੈਕ ਕਰ ਦਿੱਤਾ। ਗੁਰਬਾਣੀ ਨੂੰ ਬਦਲਣ ਦਾ ਯਤਨ ਕਰਦਾ ਸੀ, ਪਰ ਗੁਰਬਾਣੀ ਨਹੀਂ ਬਦਲ ਸਕਿਆ। ਇਸੇ ਤਰ੍ਹਾਂ ਹੀ ਸਾਡੇ ਸੰਵਿਧਾਨ ਨਾਲ ਹੋਇਆ। ਭਾਰਤੀ ਸੰਵਿਧਾਨ ਨੇ ਸਾਨੂੰ ਇਸ ਦੇਸ਼ ਦੇ ਰਾਜੇ ਬਣਾਉਣ ਲਈ ਸਾਨੂੰ ਐਜੂਕੇਸ਼ਨ ਦਿੱਤੀ, ਉਹਨੇ ਐਜੂਕੇਸ਼ਨ ਮਹਿੰਗੀ ਕਰ ਦਿੱਤੀ। ਸਾਨੂੰ ਨੌਕਰੀਆਂ ਦਿੱਤੀਆਂ, ਦੁਸ਼ਮਣ ਨੇ ਨੌਕਰੀਆਂ ਖਤਮ ਕਰ ਦਿੱਤੀਆਂ। ਸਾਨੂੰ ਹਰ ਇੱਕ ਪੋਸਟ 'ਤੇ ਬੈਠਣ ਦਾ ਅਧਿਕਾਰ ਦਿੱਤਾ, ਉਹਨੇ ਅਧਿਕਾਰ ਖਤਮ ਕਰ ਦਿੱਤੇ। ਕਹਿਣ ਦਾ ਮਤਲਬ ਇਹ ਹੈ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ, ਭਾਰਤੀ ਸੰਵਿਧਾਨ ਨੂੰ
ਜੋ ਇਹਨਾਂ ਦੀ ਵਿਚਾਰਧਾਰਾ ਹੈ ਇਸ ਨੂੰ ਖਤਮ ਕਰਨ ਲਈ ਤੁਰਿਆ ਹੋਇਆ ਹੈ ਅਤੇ ਉਹਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਅਸੀਂ ਆਪਣਾ ਕੰਮ ਕਰਨਾ ਸ਼ੁਰੂ ਨਹੀਂ ਕੀਤਾ। ਸਾਡਾ ਕੰਮ ਕੀ ਸੀ? ਅਸੀਂ ਸਤਿਗੁਰਾਂ ਦੀ ਬਾਣੀ ਨੂੰ ਪੜ੍ਹਨਾ ਸੀ, ਸਮਝਣਾ ਸੀ, ਆਪਣੇ ਜੀਵਨ ਦਾ ਆਧਾਰ ਬਣਾਉਣਾ ਸੀ। ਅਸੀਂ ਭਾਰਤੀ ਸੰਵਿਧਾਨ ਨੂੰ ਪੜ੍ਹਨਾ ਸੀ, ਸਮਝਣਾ ਸੀ ਅਤੇ ਆਪਣੇ ਜੀਵਨ ਦੇ ਵਿੱਚ ਜੋ ਭਾਰਤੀ ਸੰਵਿਧਾਨ ਦੇ ਵਿੱਚ ਸਾਨੂੰ ਦੱਸਿਆ ਗਿਆ ਹੈ ਉਹ ਲੈ ਕੇ ਆਉਣਾ ਸੀ। ਪਰ ਅਸੀਂ ਕੀ ਕੀਤਾ? ਨਾ ਤਾਂ ਅਸੀਂ ਗੁਰਬਾਣੀ ਦੀ ਕਦਰ ਕੀਤੀ ਅਤੇ ਨਾ ਭਾਰਤੀ ਸੰਵਿਧਾਨ ਦੀ ਕਦਰ ਕੀਤੀ। ਜਿਨ੍ਹਾਂ ਮਹਾਂਪੁਰਖਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ ਹੈ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਨੇ ਸੰਵਿਧਾਨ ਲਿਖਿਆ ਹੈ, ਸਾਡੇ ਸਤਿਗੁਰਾਂ ਦੀ ਬਾਣੀ, ਸਾਡੇ ਰਹਿਬਰਾਂ ਵੱਲੋਂ ਲਿਖਿਆ ਗਿਆ ਸੰਵਿਧਾਨ ਸਾਡੇ ਘਰਾਂ ਵਿੱਚ ਕਿਉਂ ਨਹੀਂ ਹੈ? ਇਹਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਅਸੀਂ ਬਾਣੀ ਅਤੇ ਸੰਵਿਧਾਨ ਨੂੰ ਅਜੇ ਤੱਕ ਨਹੀਂ ਸਮਝਿਆ। ਕਿਉਂ ਨਹੀਂ ਸਮਝਿਆ? ਇਹਦਾ ਕਸੂਰਵਾਰ ਕੌਣ ਹੈ? ਇਹ ਸਾਨੂੰ ਸੋਚਣਾ ਪਏਗਾ। ਮੇਰਾ ਕਹਿਣ ਦਾ ਮਤਲਬ ਇਹ ਹੈ, ਤੁਹਾਨੂੰ ਦੱਸਣ ਦਾ ਮਤਲਬ ਇਹ ਹੈ, ਕਿਉਂਕਿ ਅਸੀਂ ਤਾਂ ਚੌਂਕੀਦਾਰ ਹਾਂ, ਅਸੀਂ ਤਾਂ ਪਹਿਰੇਦਾਰ ਹਾਂ। ਸਾਡਾ ਕੰਮ ਹੈ ਹੋਕਾ ਦੇਣਾ ਵੀ ਜਾਗੋ ਜਾਗੋ ਜਾਗੋ, ਤੁਸੀਂ ਲੁੱਟੇ ਜਾਓਗੇ। ਤੁਹਾਡੇ ਕੋਲ ਲੁੱਟਣ ਲਈ ਸਿਰਫ ਅਤੇ ਸਿਰਫ ਉਹਦੇ ਕੋਲ ਇੱਕੋ ਹੀ ਇੱਕ ਚੀਜ਼ ਬਚਦੀ ਹੈ ਕਿ ਤੁਹਾਡੇ ਸਤਿਗੁਰਾਂ ਦੀ ਵਿਚਾਰਧਾਰਾ ਨੂੰ ਲੁੱਟ ਲਿਆ ਜਾਵੇ, ਤੁਹਾਡੇ ਸੰਵਿਧਾਨ ਨੂੰ ਲੁੱਟ ਲਿਆ ਜਾਵੇ। ਜਦੋਂ ਸੰਵਿਧਾਨ ਅਤੇ ਬਾਣੀ ਨੂੰ ਲੁੱਟ ਲਿਆ, ਉਹਨੇ ਖਤਮ ਕਰ ਦਿੱਤਾ, ਤਾਂ ਤੁਹਾਡੇ ਪੱਲੇ ਕੁਛ ਨਹੀਂ ਬਚੇਗਾ। ਇਸ ਕਰਕੇ ਆਓ ਆਪਾਂ ਸਾਰੇ ਇੱਕ ਝੰਡੇ ਹੇਠ ਇਕੱਠੇ ਹੋਈਏ। ਸਤਿਗੁਰਾਂ ਦੀ ਬਾਣੀ ਅਤੇ ਭਾਰਤੀ ਸੰਵਿਧਾਨ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਆਪਣੇ ਘਰਾਂ ਦਾ ਸ਼ਿੰਗਾਰ ਬਣਾਈਏ ਅਤੇ ਦੁਸ਼ਮਣ ਨੂੰ ਕਰਾਰਾ ਜਵਾਬ ਦਈਏ। ਇਹ ਜਵਾਬ ਤਾਂ ਹੀ ਦੇ ਸਕਾਂਗੇ ਜੇਕਰ ਅਸੀਂ ਬਾਣੀ ਅਤੇ ਸੰਵਿਧਾਨ ਨੂੰ ਖੁਦ ਪੜ੍ਹਾਂਗੇ, ਬੱਚਿਆਂ ਨੂੰ ਪੜ੍ਹਾਵਾਂਗੇ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਾਂਗੇ। ਜਿਨ੍ਹਾਂ ਤੱਕ ਨਹੀਂ ਦੱਸ ਸਕਦੇ ਉਹਨਾਂ ਤੱਕ ਸਤਿਗੁਰਾਂ ਦੀ ਵਿਚਾਰਧਾਰਾ ਦਾ ਕਤਲ ਹੁੰਦਾ ਰਹੇਗਾ ਅਤੇ ਉਸ ਕਤਲ ਦੇ ਦੋਸ਼ੀ ਦੁਸ਼ਮਣ ਨਹੀਂ, ਅਸੀਂ ਖੁਦ ਹੋਵਾਂਗੇ, ਕਿਉਂਕਿ ਸਾਡੇ ਸਾਹਮਣੇ ਸਾਡੇ ਸਤਿਗੁਰਾਂ ਦੀ ਰਹਿਬਰਾਂ ਦੀ ਵਿਚਾਰਧਾਰਾ ਨੂੰ ਖਤਮ ਕੀਤਾ ਜਾ ਰਿਹਾ ਹੈ। ਅਤੇ ਇੱਥੇ ਦੁਸ਼ਮਣ ਕਸੂਰਵਾਰ ਨਹੀਂ, ਇੱਥੇ ਅਸੀਂ ਖੁਦ ਕਸੂਰਵਾਰ ਹੋਵਾਂਗੇ। ਆਓ ਆਪਾਂ ਜਾਗੀਏ, ਕਿਉਂਕਿ ਸਾਡੇ ਸਤਿਗੁਰਾਂ ਦੀ ਵਿਚਾਰਧਾਰਾ ਨੂੰ, ਭਾਰਤੀ ਸੰਵਿਧਾਨ ਨੂੰ ਖਤਰਾ ਹੈ। ਜੇਕਰ ਅਸੀਂ ਜਾਗ ਗਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਗੁਲਾਮੀ ਤੋਂ ਬਚ ਜਾਣਗੀਆਂ। ਨਹੀਂ ਤਾਂ ਸਾਰੀ ਜ਼ਿੰਦਗੀ ਅਸੀਂ ਗੁਲਾਮੀ ਵਿੱਚ ਕੱਢੀ ਹੈ, ਸਾਡੇ ਪੁਰਖਿਆਂ ਨੇ ਸਾਰੀ ਜ਼ਿੰਦਗੀ ਗੁਲਾਮੀ ਵਿੱਚ ਕੱਢੀ ਹੈ, ਅਸੀਂ ਵੀ ਆਪਣੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਬਰਬਾਦ ਕਰ ਲਵਾਂਗੇ। ਸੋ ਬੇਨਤੀ ਹੈ ਭਾਈ ਸਾਰਿਆਂ ਨੂੰ, ਆਓ ਆਪਾਂ ਗੁਲਾਮੀ ਦੇ ਵਿੱਚੋਂ ਨਿਕਲਣ ਲਈ ਦੁਸ਼ਮਣ ਦੇ ਨਾਲ ਜੰਗ ਲੜੀਏ। ਦੁਸ਼ਮਣ ਵਿਚਾਰਾਂ ਦੀ ਜੰਗ ਲੜ ਰਿਹਾ, ਅਸੀਂ ਵੀ ਵਿਚਾਰਾਂ ਦੀ ਜੰਗ ਲੜਨੀ ਹੈ। ਸੋ ਜੰਗ ਲੜਨ ਤੋਂ ਪਹਿਲਾਂ ਸਾਡੇ ਸਤਿਗੁਰਾਂ ਦੀ ਬਾਣੀ, ਭਾਰਤੀ ਸੰਵਿਧਾਨ ਸਾਡਾ ਮੁਖੀ ਹੋਣਾ ਚਾਹੀਦਾ, ਸਾਡੇ ਮੋਢੀ ਹੋਣੇ ਚਾਹੀਦੇ ਨੇ, ਤਾਂ ਹੀ ਅਸੀਂ ਜੰਗ ਨੂੰ ਜਿੱਤਾਂਗੇ। ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਜੀ। ਜੇਕਰ ਮੇਰੇ ਕੋਲੋਂ ਕੋਈ ਗਲਤੀ ਹੋਈ ਹੋਵੇ ਤਾਂ ਭੁੱਲ ਚੁੱਕ ਮਾफ़ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ।